ਭਾਰਤ ਵਿੱਚ ਭੋ ਹਮੇਸ਼ਾ ਤਾਜ ਜਾਂ ਰਾਜ ਦੀ ਸੰਪत्ति ਰਹੀ ਹੈ। ਸ਼ਾਸਕ ਲੋਕ ਇਸ ਭੋ ਨੂੰ ਜ਼ਮੀਨ ਨੂੰ ਹਮੇਸ਼ਾ ਆਪਣੇ ਕਰਮਚਾਰੀਆਂ ਨੂੰ ਜ਼ਗੀਰਾਂ ਦੇ ਰੂਪ ਵਿੱਚ ਵੰਡਦੇ ਰਹੇ ਨੇ। ਜਿਨ੍ਹਾਂ ਕਰਮਚਾਰੀਆਂ ਨੂੰ ਜ਼ਗੀਰ ਦੇ ਰੂਪ ਵਿੱਚ ਜ਼ਮੀਨ ਦਿੱਤੀ ਜਾਂਦੀ, ਉਹਨਾਂ ਵਿੱਚ ਸੂਬੇਦਾਰ, ਮਾਲਿਕ, ਤਾਲੁਕਦਾਰ, ਅਮੀਨ ਆਦਿ ਸ਼ਾਮਿਲ ਸਨ। ਇਹ ਜ਼ਗੀਰ ਦੇ ਰੂਪ ਵਿੱਚ ਮਿਲੀ ਜ਼ਮੀਨ ਨੂੰ ਅੱਗੇ ਕਿਸਾਨਾਂ ਨੂੰ ਪੱਟੇ ਉੱਤੇ ਦੇ ਦਿੰਦੇ ਸਨ। ਪਰ ਜਦ ਕਦੀ ਵੀ ਕਿਸਾਨ ਕਿਰਾਇਆ ਨਹੀਂ ਦੇ ਸਕਦੇ ਸਨ ਤਾਂ ਉਹਨਾਂ ਨਾਲ ਸਖਤ ਵਿਹਾਰ ਕੀਤਾ ਜਾਂਦਾ ਸੀ। ਕਈ ਵਾਰ ਤਾਂ ਉਹਨਾਂ ਨੂੰ ਜ਼ਮੀਨ ਤੋਂ ਬੇਦਖਲ ਵੀ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਹਨਾਂ ਗਰੀਬ ਕਿਸਾਨਾਂ ਨੂੰ ਮਾਲੀਏ ਦੀ ਅੰਤਿਮ ਪਾਈ ਦੇਣ ਲਈ ਮਜਬੂਰ ਕੀਤਾ ਜਾਂਦਾ ਸੀ। ਸਿੱਟੇ ਵਜੋਂ ਮਾਲੀਆ ਇਕੱਠਾ ਕਰਨ ਵਿੱਚ ਜਿਹੜੀ ਸਖਤੀ ਕੀਤੀ ਜਾਂਦੀ, ਉਹ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਸੀਗੇ। ਇਸ ਪ੍ਰਣਾਲੀ ਵਿੱਚ ਕਈ ਖਾਮੀਆਂ ਵੀ ਸਨ, ਕਿਉਂਕਿ ਕਿਸਾਨ ਇਹ ਜਾਣਦਾ ਸੀਗਾ ਕਿ ਜ਼ਮੀਨ ਉਸ ਦੀ ਮਲਕੀਅਤ ਨਹੀਂ ਹੈ। ਇਸ ਕਰਕੇ ਉਹ ਜ਼ਮੀਨ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ। ਦੂਜਾ, ਮਾਲੀਆ ਵੀ ਨਿਸ਼ਚਿਤ ਨਹੀਂ ਸੀ। ਮਾਲੀਆ ਚੀਜ਼ਾਂ ਦੇ ਰੂਪ ਵਿੱਚ ਵਸੂਲ ਕੀਤਾ ਜਾਂਦਾ ਸੀ। ਇਸ ਲਈ ਜ਼ਿਆਦਾਤਰ ਜ਼ਮੀਨ ਦੀ ਵਾਹੀ ਨਹੀਂ ਸੀ ਹੁੰਦੀ। ਅਸਲ ਵਿੱਚ ਜ਼ਮੀਨ ਦਾ ਮਾਲਿਕ ਤਾਂ ਸਰਕਾਰ ਹੀ ਹੁੰਦੀ ਸੀਗੀ। ਇਹ ਥੋੜ੍ਹੀ ਜਿਹੀ ਦੱਸਣ ਦਾ ਰੀਜ਼ਨ ਇਹ ਸੀਗਾ ਕਿ 1900 ਦੇ ਟਾਈਮ, ਜਦੋਂ ਅੰਗਰੇਜ਼ਾਂ ਦਾ ਟਾਈਮ ਸੀਗਾ, ਉਸ ਟਾਈਮ 'ਤੇ ਜ਼ਮੀਨ, ਕਿਸਾਨ, ਗਵਰਨਮੈਂਟ ਅਤੇ ਜ਼ਗੀਰਦਾਰ, ਇਹਨਾਂ ਦੇ ਵਿੱਚ ਜਿਹੜਾ ਲਿੰਕ ਸੀ ਉਹ ਕਿੰਨਾ ਕਮਜ਼ੋਰ ਸੀਗਾ ਕਿ ਜਿਸ ਕਰਕੇ ਜ਼ਮੀਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਕੁਝ ਐਕਟ ਬਣਾਏ ਗਏ, ਕੁਝ ਇਹੋ ਜਿਹੀਆਂ ਹਾਲਾਤਾਂ ਹੋਈਆਂ ਜਿਨ੍ਹਾਂ ਕਰਕੇ ਐਕਟ ਬਣਾਉਣੇ ਸ਼ੁਰੂ ਕੀਤੇ ਗਏ। ਗਰੀਬੀ ਕਿਸਾਨਾਂ ਵਿੱਚ ਬਹੁਤ ਵੱਧ ਗਈ। ਕਿਸਾਨ ਇਸ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਪਾ ਰਿਹਾ ਸੀ, ਕਿਉਂਕਿ ਉਹ ਉਸ ਚੀਜ਼ ਦਾ ਮਾਲਕ ਹੀ ਨਹੀਂ ਸੀਗਾ। ਤੋ ਸ਼ੁਰੂ ਕਰਦੇ ਹਾਂ। ਪੰਜਾਬ ਲੈਂਡ ਐਲੀਨੇਸ਼ਨ ਐਕਟ 1900 ਔਰ ਰੂਰਲ ਇੰਡੈਪਟਨੈਸ, ਪੇਂਡੂ ਗਰੀਬੀ। ਇਸ ਨਾਲ ਰਿਲੇਟਿਡ ਇੱਕ ਟੌਪਿਕ ਆਲਰੇਡੀ ਮੈਂ ਸੈਂਡ ਕਰ ਚੁੱਕੀ ਹਾਂ, ਰੂਰਲ ਇੰਡੈਪਟਨੈਸ। ਪੰਜਾਬ ਐਲੀਨੇਸ਼ਨ ਐਕਟ ਤੋਂ ਪਹਿਲਾਂ ਉਹ ਹਾਲਾਤ, ਉਹ ਟਾਈਮ ਦੱਸਣੇ ਬਹੁਤ ਜ਼ਰੂਰੀ ਆ। ਸਭ ਨੂੰ ਪਹਿਲਾਂ ਟਾਈਮ ਪੀਰੀਅਡ ਮੈਂ ਦੱਸ ਰਹੀ ਹਾਂ। ਕੰਡੀਸ਼ਨਸ ਆਫ ਜ਼ਿਮੀਦਾਰਸ ਫਰੋਮ 1849 ਟੂ 1885। 1849 ਤੋਂ 1885 ਈਸਵੀ ਤੱਕ ਜ਼ਿਮੀਦਾਰਾਂ ਦੀ ਹਾਲਤ। ਦੇਸ਼ ਵਿੱਚ ਆਪਣਾ ਸ਼ਾਸਨ ਸਥਾਪਿਤ ਕਰਨ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਜ਼ਿਮੀਦਾਰਾਂ ਨਾਲ ਥੋੜ੍ਹੀ ਜਿਹੀ ਦਿਆਲਤਾ ਦਿਖਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਜ਼ਿਮੀਦਾਰਾਂ ਵਿੱਚ ਕੁਝ ਇਲਾਕਿਆਂ ਦੇ ਕਿਸਾਨ ਵੀ ਸ਼ਾਮਿਲ ਸਨ। ਸਰਕਾਰ ਨੇ ਹਮੇਸ਼ਾ ਲਈ ਜ਼ਮੀਨ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਧਿਆਨ ਦਿੱਤਾ ਜਾਵੇ ਕਿ ਸਰਕਾਰ ਨੇ ਹਮੇਸ਼ਾ ਲਈ ਜ਼ਮੀਨ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਉਹ ਜ਼ਿਮੀਦਾਰ ਜ਼ਮੀਨ ਦੇ ਪੂਰੇ ਮਾਲਕ ਬਣ ਗਏ। ਜ਼ਿਮੀਦਾਰ ਉਸੇ ਜ਼ਮੀਨ ਦੇ ਹੁਣ ਪੂਰੇ ਮਾਲਕ ਬਣ ਗਏ। ਉਹਨਾਂ ਨੂੰ ਹੋਰ ਵੀ ਕਈ ਮਹੱਤਵਪੂਰਨ ਅਤੇ ਲਾਹੇਵੰਦ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਜਿਸ ਤਰ੍ਹਾਂ ਦਖਲਦਾਰ ਮੁਜ਼ਾਹਰਿਆਂ ਨੂੰ ਮਾਲਿਕ ਬੇਦਖਲ ਨਹੀਂ ਸੀ ਕਰ ਸਕਦਾ। ਦਖਲਦਾਰ ਮੁਜ਼ਾਹਰਿਆਂ ਨੂੰ ਮਾਲਿਕ ਬੇਦਖਲ ਨਹੀਂ ਸੀ ਕਰ ਸਕਦੇ। ਇਹ ਬਿਲਕੁਲ ਠੀਕ ਹੈ ਕਿ ਸਰਕਾਰ ਦੀ ਦਿਆਲਤਾ ਸੀ, ਜਿਸ ਨਾਲ ਦੇਸ਼ ਦੀ ਖੁਸ਼ਹਾਲੀ ਵਿੱਚ ਵਾਧਾ ਹੋਇਆ ਸੀ। ਮੈਂ ਪਹਿਲਾਂ ਹੀ ਪੁਆਇੰਟ ਇਸੇ ਕਰਕੇ ਲਿਖਿਆ ਕਿ ਕੰਪਲੀਟ ਓਨਰਸ਼ਿਪ ਪ੍ਰੋਵਾਈਡ ਕਰ ਦਿੱਤੀ ਗਈ। ਹੁਣ ਜ਼ਿਮੀਦਾਰਾਂ ਦੀ ਇਹ ਚਿੰਤਾ ਜਾਂਦੀ ਰਹੀ ਸੀਗੀ ਕਿ ਅਗਲੇ ਸਾਲ ਉਹਨਾਂ ਨੂੰ ਵਾਹੀ ਲਈ ਇਜਾਜ਼ਤ ਪ੍ਰਾਪਤ ਹੋਵੇਗੀ ਜਾਂ ਨਹੀਂ। ਕਿਸਾਨ ਹੁਣ ਖੁਦ ਨੂੰ ਜ਼ਮੀਨ ਦਾ ਪੂਰਾ ਮਾਲਿਕ ਸਮਝਣ ਲੱਗ ਪਿਆ ਸੀ। ਹੁਣ ਉਹ ਆਪਣੀ ਜ਼ਮੀਨ ਦੇ ਸੁਧਾਰ ਲਈ ਵੀ ਪੂਰਾ ਯਤਨ ਕਰ ਸਕਦੇ ਸਨ। ਅਸਲ ਵਿੱਚ ਹਰ ਚੀਜ਼ ਦੇ ਲਾਭ ਅਤੇ ਨੁਕਸਾਨ ਦੋਵੇਂ ਹੀ ਹੁੰਦੇ ਆ। ਹੁਣ ਇਹ ਕੰਪਲੀਟ ਓਨਰਸ਼ਿਪ ਦੇਣ ਦਾ ਕੁਝ ਲਾਭ ਵੀ ਸਨ ਅਤੇ ਕੁਝ ਨੁਕਸਾਨ ਵੀ ਸਨ। ਜ਼ਿਮੀਦਾਰਾਂ ਨੇ ਆਪਣੇ ਅਧਿਕਾਰਾਂ ਦੀ ਜਿਹੜੇ ਉਹਨਾਂ ਨੂੰ ਦਿੱਤੇ ਗਏ ਸਨ, ਗਲਤ ਅਤੇ ਨਾਜਾਇਜ਼ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਖੁਸ਼ਹਾਲ ਅਤੇ ਸੁਖੀ ਹੋਣ ਦੀ ਥਾਂ 'ਤੇ
ਉਹਨਾਂ ਲੋਕਾਂ ਨੇ ਆਪਣੀ ਜ਼ਮੀਨ ਨੂੰ ਸ਼ਾਹੂਕਾਰਾਂ ਕੋਲ ਰਹਿਣ ਰੱਖਣਾ ਸ਼ੁਰੂ ਕਰ ਦਿੱਤਾ। ਇਹ ਸ਼ਾਹੂਕਾਰ ਨਾ ਤਾਂ ਸਰਕਾਰ ਦੀ ਮਦਦ ਕਰ ਸਕਦੇ ਸਨ ਤੇ ਨਾ ਹੀ ਜ਼ਮੀਨ ਦੀ ਵਾਹੀ ਕਰ ਸਕਦੇ ਸਨ। ਇਹ ਮਿਡਲਮੈਨ ਸਨ। ਸ਼ਾਹੂਕਾਰ ਇਟਸ ਮੀਨਸ ਮਿਡਲਮੈਨ। ਇਹ ਮਿਡਲਮੈਨ ਸਨ। ਜਿਨ੍ਹਾਂ ਤਾਰੀਖਾਂ 'ਤੇ ਇੰਤਕਾਲ ਹੋਏ ਉਹ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਨ। ਯਾਨੀ ਕਿ ਜਿਸ ਤਰ੍ਹਾਂ ਜ਼ਮੀਨ ਦੀ ਰਜਿਸਟ੍ਰੇਸ਼ਨ ਹੋਈ ਉਹ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਸੀ। ਸਧਾਰਨ ਤੌਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ 1860 ਈਸਵੀ ਤੋਂ ਲੈ ਕੇ 1880 ਈਸਵੀ ਦੇ ਵਿਚਕਾਰ ਪੰਜਾਬ ਵਿੱਚ ਇੰਤਕਾਲ ਅਸਲ ਵਿੱਚ ਪੇਂਡੂ ਜੀਵਨ ਦੀ ਇੱਕ ਆਮ ਗੱਲ ਬਣ ਗਿਆ ਸੀ। ਇਹੀ ਪ੍ਰਵਿਰਤੀ ਲਗਾਤਾਰ ਇੰਤਕਾਲ ਦੇ ਵਧਣ ਵੱਲ ਵੀ ਰਹੀ, ਪਰ ਅਜਿਹੀ ਗੱਲ ਨਹੀਂ ਸੀ ਕਿ ਬ੍ਰਿਟਿਸ਼ ਰਾਜ ਤੋਂ ਪਹਿਲਾਂ ਇੰਤਕਾਲ ਬਾਰੇ ਲੋਕਾਂ ਨੂੰ ਪਤਾ ਨਹੀਂ ਸੀ। ਲੋਕਾਂ ਨੂੰ ਪਤਾ ਸੀ। ਪੰਜਾਬ ਦੇ ਦੱਖਣ ਪੱਛਮ ਵਿੱਚ ਇੰਤਕਾਲ ਸਧਾਰਨ ਗੱਲ ਨਹੀਂ ਸੀ। ਰਜਿਸਟ੍ਰੇਸ਼ਨ ਕਰਵਾਉਣੀ ਜਾਂ ਉਹਦਾ ਓਨਰਸ਼ਿਪ ਲੈਣਾ। ਪੰਜਾਬ 'ਤੇ ਕਬਜ਼ਾ ਕਰਨ ਦੇ ਫੌਰਨ ਬਾਅਦ ਸਰ ਰਿਚਰਡ ਟੈਂਪਲ ਨੇ ਪੰਜਾਬ ਦੇ ਮੱਧ ਜ਼ਿਲ੍ਹਿਆਂ ਬਾਰੇ, ਜਿਹੜੇ ਸਭ ਤੋਂ ਜ਼ਿਆਦਾ ਉਪਜਾਊ ਅਤੇ ਸੰਘਣੇ ਵਸੇ ਹੋਏ ਸਨ, ਇਸ ਤਰ੍ਹਾਂ ਰਿਪੋਰਟ ਦਿੱਤੀ। ਉਸਨੇ ਆਪਣੀ ਅਨਾਊਂਸਮੈਂਟ ਜੋ ਕੀਤੀ ਉਹ ਸੀਗੀ ਕਿ ਸਰਕਾਰੀ ਦਸਤਾਵੇਜ਼ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸਿੱਖ ਸ਼ਾਸਕ ਨਿੱਜੀ ਸੰਪત્ਤੀ ਨੂੰ ਲੋਕਾਂ ਦੇ ਉਸ ਨਿਹਿਤ ਅਧਿਕਾਰਾਂ ਦੇ ਰੂਪ ਵਿੱਚ ਨਹੀਂ ਮੰਨਦੇ ਜਿਹੜਾ ਸਰਕਾਰ ਅਤੇ ਸਮਾਜ ਦਾ ਸਮਕਾਲੀ ਹੈ। ਇਸ ਨੂੰ ਰਾਜ ਘਰਾਣੇ ਵੀ ਨਹੀਂ ਮੰਨਦੇ। ਪ੍ਰਮਾਣੀ ਲਿਖਤਾਂ ਤੋਂ ਹੋਰ ਇੰਤਕਾਲਾਂ ਨੂੰ ਪੂਰਨ ਮਨਸੁਖੀਆਂ ਨਹੀਂ ਸਮਝਿਆ ਜਾ ਸਕਦਾ। ਜਿਹੜਾ ਉਹ ਸਿਸਟਮ ਵਿੱਚ ਲਾਗੂ ਸੀ ਉਹ ਸਰਕਾਰ ਦੇ ਨਾਲ ਹੀ ਖਤਮ ਹੋ ਗਿਆ ਜਿਸ ਵਿੱਚ ਇਹ ਪੈਦਾ ਹੋਇਆ ਸੀ। ਇਸ ਨੂੰ ਅਸਲ ਵਿੱਚ ਨਾ ਬਦਲਣ ਵਾਲੀ ਜਾਇਜ਼ ਲਿਖਤ ਮੰਨੀ ਜਾਂਦੀ ਹੈ। ਜਦੋਂ ਭੋ ਮਾਲਕ ਦੇ ਸਿੱਧੇ ਕਬਜ਼ੇ ਵਿੱਚ ਹੀ ਨਹੀਂ ਸੀ ਤਾਂ ਇੱਕ ਹਿੱਸੇਦਾਰ ਕਿਸੇ ਬਾਹਰਲੇ ਆਦਮੀ ਦੇ ਨਾਂ ਆਪਣੇ ਹਿੱਸੇ ਦਾ ਇੰਤਕਾਲ ਕਰ ਸਕਦਾ ਸੀ। ਮੈਂ ਰਿਪੀਟ ਕਰ ਰਹੀ ਹਾਂ ਕਿ ਜਦੋਂ ਭੋ ਮਤਲਬ ਜ਼ਮੀਨ ਮਾਲਕਾਂ ਦੇ ਸਿੱਧੇ ਕਬਜ਼ੇ ਵਿੱਚ ਨਹੀਂ ਸੀ, ਇੱਕ ਹਿੱਸੇਦਾਰ ਕਿਸੇ ਬਾਹਰਲੇ ਆਦਮੀ ਦੇ ਨਾਂ ਆਪਣੇ ਹਿੱਸੇ ਦਾ ਇੰਤਕਾਲ ਕਰ ਸਕਦਾ ਸੀ। ਅਜਿਹੇ ਇੰਤਕਾਲ ਦਾ ਸ਼ਾਇਦ ਹੀ ਕੋਈ ਪ੍ਰਭਾਵ ਹੁੰਦਾ ਹੋਏ। ਅਜਿਹਾ ਕੰਮ ਫਰੇਬ ਹੁੰਦਾ ਸੀ, ਮਤਲਬ ਬੇਈਮਾਨੀ, ਜਿਹੜਾ ਉਹਨਾਂ ਲੋਕਾਂ ਦੇ ਪੱਖ ਵਿੱਚ ਨਹੀਂ ਕੀਤਾ ਜਾਂਦਾ ਜਿਹੜੇ ਕਿਸਾਨਾਂ ਨੂੰ ਬੇਦਖਲ ਕਰਨ ਦਾ ਅਧਿਕਾਰ ਰੱਖਦੇ ਸਨ। ਕਿਸਾਨ ਬਰਾਦਰੀ ਜੋ ਕਿ ਅਜਨਬੀਆਂ ਨੂੰ ਵੱਡੀ ਹੁਸ਼ਿਆਰੀ ਨਾਲ ਵੱਖ ਰੱਖਿਆ ਜਾਂਦਾ, ਜਿਸ ਗੱਲ ਨੂੰ ਲੋਕ ਸੁਫਾ ਕਹਿੰਦੇ, ਉਸ ਉੱਤੇ ਬਹੁਤ ਤੇਜ਼ ਨਜ਼ਰ ਰੱਖੀ ਜਾਂਦੀ ਸੀਗੀ। ਬਿਰਾਦਰੀ ਦੇ ਮੈਂਬਰਾਂ ਵਿੱਚ ਸੌਗਾਤ, ਗਿਰਵੀ, ਵਸੀਅਤ, ਵਿਕਰੀ ਰਾਹੀਂ ਕੀਤਾ ਇੰਤਕਾਲ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਯਾਨੀ ਕਿ ਚੀਜ਼ ਨੂੰ ਸੌਗਾਤ ਦੇ ਤੌਰ 'ਤੇ ਦੇ ਦੇਣਾ, ਗਿਰਵੀ ਰੱਖ ਲੈਣਾ, ਕੁਝ ਪੈਸੇ ਲੈ ਲੈਣਾ, ਵਸੀਅਤ ਕਰ ਦੇਣੀ ਜਾਂ ਵੇਚ ਦੇਣਾ। ਪੰਜਾਬ ਵਿੱਚ ਬ੍ਰਿਟਿਸ਼ ਸਰਕਾਰ ਅਤੇ ਸ਼ਾਸਨ ਦਾ ਪਹਿਲਾ ਉਦੇਸ਼ ਜ਼ਮੀਨ ਅਤੇ ਕਿਸਾਨ ਦੇ ਸਬੰਧ ਨੂੰ ਪਹਿਲਾਂ ਤੋਂ ਜ਼ਿਆਦਾ ਸਥਾਈ ਬਣਾਉਣਾ ਸੀ। ਸਰਕਾਰ ਜਾਂ ਜ਼ਗੀਰਦਾਰ ਦੁਆਰਾ ਹਿੰਸਾ ਰਾਹੀਂ ਬੇਦਖਲੀਆਂ ਸਮਾਪਤ ਹੋ ਗਈਆਂ ਸਨ। ਉਸ ਸਮੇਂ ਬ੍ਰਿਟਿਸ਼ ਸਰਕਾਰ ਨੇ ਲਿਖਤ ਅਧਿਕਾਰਾਂ ਨੂੰ ਜਿਹੜੀ ਮਾਨਤਾ ਦਿੱਤੀ ਉਹ ਪਹਿਲੇ ਕਿਸੇ ਹੋਰ ਸਰਕਾਰ ਨੇ ਨਹੀਂ ਦਿੱਤੀ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਬੋਰਡ ਆਫ ਐਡਮਿਨਿਸਟ੍ਰੇਸ਼ਨ ਨੇ ਲਿਖਿਤ ਕਾਨੂੰਨ ਬਣਾ ਦਿੱਤੇ ਸਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਜ਼ਮੀਨ ਨਾਲ ਕੋਈ ਮਾਰੂਸੀ ਸਬੰਧ, ਸਿੱਧਾ ਸਬੰਧ ਨਹੀਂ ਸੀ, ਉਹ ਇਸ ਨੂੰ ਹਾਸਲ ਕਰਨ ਦੇ ਬਹੁਤ ਜ਼ਿਆਦਾ ਚਾਹਵਾਨ ਵੀ ਨਹੀਂ ਸਨ। ਸੁਰੱਖਿਆ ਦੀ ਭਾਵਨਾ ਜਿਹੜੀ ਨਿਯਮਿਤ ਰੂਪ ਵਿੱਚ ਚੱਲਣ ਵਾਲੀ ਸਰਕਾਰੀ ਰਾਜ ਤੋਂ ਪ੍ਰਾਪਤ ਹੁੰਦੀ ਹੈ। ਤੀਬਰ ਆਰਥਿਕ ਵਿਕਾਸ ਜਿਹੜਾ 1860 ਦੇ ਅਕਾਲ ਦੇ ਫੌਰਨ ਬਾਅਦ ਸ਼ੁਰੂ ਹੋਇਆ, ਜ਼ਮੀਨਦਾਰੀ ਤੋਂ ਵਾਧਾ ਹੋਇਆ ਲਾਭ ਸਧਾਰਨ ਤੌਰ 'ਤੇ ਨਗਦ ਵਿਕਣ ਵਾਲੀ ਚੀਜ਼ ਵਿੱਚ ਬਦਲ ਗਿਆ, ਜਿਸ ਦਾ ਮੂਲ ਵੱਧਦਾ ਜਾਂਦਾ ਸੀ। ਇਸ ਤਰ੍ਹਾਂ ਇਹਨਾਂ ਸਾਰੀਆਂ ਗੱਲਾਂ ਨੇ ਇੱਕ ਖਤਰਨਾਕ ਮੋੜ ਪ੍ਰਾਪਤ ਕਰ ਲਿਆ। ਇਹ ਗੱਲ ਬਹੁਤ ਹੀ ਦਿਲਚਸਪ ਅਤੇ ਧਿਆਨ ਦੇਣ ਵਾਲੀ ਹੈ ਕਿ ਸਾਡੇ ਦੇਸ਼ ਵਿੱਚ ਖੇਤੀ ਹਰ ਜਮਾਤ,
ਹਰ ਕਿਸਾਨ, ਹਰ ਵਰਗ ਦੀ ਕਰਜ਼ਦਾਰੀ ਤੇ ਪ੍ਰਸ਼ਨ ਨੇ ਬ੍ਰਿਟਿਸ਼ ਰਾਜ ਨੂੰ ਸ਼ੁਰੂ ਤੋਂ ਹੀ ਸਰਕਾਰ ਦਾ ਧਿਆਨ ਇਸ ਵੱਲ ਰੱਖਿਆ। ਸਮੇਂ-ਸਮੇਂ ਤੇ ਜ਼ਮੀਨ ਮਾਲਕਾਂ ਨੂੰ ਕਰਜ਼ਦਾਰੀ ਦੇ ਪ੍ਰਭਾਵ ਤੋਂ ਜ਼ਮੀਨ ਦੀ ਬੇਦਖਲੀ ਦੇ ਨਤੀਜੇ ਦੇ ਤੌਰ ਉੱਤੇ ਜਿਹੜੀ ਹਾਨੀ ਹੁੰਦੀ ਸੀ ਉਸ ਵੱਲ ਵੀ ਧਿਆਨ ਰੱਖਿਆ ਗਿਆ। ਬੰਬਈ ਹਾਈ ਕੋਰਟ ਦੇ ਜੱਜ ਵੈਸਟ ਸਭ ਤੋਂ ਪਹਿਲਾ ਆਦਮੀ ਸੀ ਜਿਸ ਨੇ ਜ਼ਮੀਨ ਦੇ ਇੰਤਕਾਲ ਦੀ ਤਾਕਤ ਤੇ ਕੁਝ ਨਿਸ਼ਚਿਤ ਸੀਮਾ ਜਾਂ ਰੋਕ ਲਗਾਉਣ ਲਈ ਇੱਕ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ। ਉਹਨਾਂ ਨੇ ਜਿਸ ਸਿਧਾਂਤ ਨੂੰ 1872 ਵਿੱਚ ਅਪਣਾਇਆ ਉਹ ਇਹ ਸੀ ਕਿ ਜੇਕਰ ਬ੍ਰਿਟਿਸ਼ ਸਰਕਾਰ ਨੇ ਆਪਣੇ ਆਪ ਨੂੰ ਜ਼ਿਆਦਾਤਰ ਜ਼ਮੀਨ ਦੀ ਮਲਕੀਅਤ ਤੋਂ ਵੱਖ ਰੱਖਿਆ ਤਾਂ ਉਹ ਭਾਰੀ ਨੁਕਸਾਨ ਵਿੱਚ ਰਹੇਗਾ। ਪਰ ਦੇਸ਼ੀ ਸ਼ਾਸਕ ਇਸ ਅਧਿਕਾਰ ਨੂੰ ਉਸ ਸਮੇਂ ਵੀ ਆਪਣਾ ਹੀ ਸਮਝਦੇ ਸਨ। ਇਸ ਲਈ ਬ੍ਰਿਟਿਸ਼ ਸਰਕਾਰ ਨੂੰ ਸੁਰੱਖਿਆਕਾਰੀ ਮਲਕੀਅਤ ਦਾ ਅਧਿਕਾਰ ਉਸ ਸਮੇਂ ਪ੍ਰਾਪਤ ਸੀ। ਇਸ ਤੋਂ ਇਲਾਵਾ ਜ਼ਮੀਨ ਦੇ ਆਜ਼ਾਦ ਵਪਾਰ ਦਾ ਸਿਧਾਂਤ ਚਾਲੂ ਹੋ ਗਿਆ। ਫ੍ਰੀ ਟ੍ਰੇਡ ਪਾਲਿਸੀ। ਜ਼ਮੀਨ ਦੇ ਭਾਰਤ ਦੀ ਖੇਤੀ ਹਰ ਆਬਾਦੀ ਦੇ ਉਸ ਸਮੇਂ ਦੀ ਹਾਲਤ ਦੇ ਅਨੁਕੂਲ ਨਹੀਂ ਸੀ। ਸਰਕਾਰ ਨੂੰ ਆਪਣੀ ਸੁਰੱਖਿਆਕਾਰੀ ਅਧਿਕਾਰ ਦੀ ਵਰਤੋਂ ਰਾਹੀਂ ਭੋਂ ਦੇ ਆਜ਼ਾਦ ਜਾਣੀ ਕਿ ਜ਼ਮੀਨ ਦੇ ਆਜ਼ਾਦ ਵਪਾਰ ਦੇ ਅੱਗੇ ਲਾਗੂ ਹੋਣ ਤੋਂ ਰੋਕਣ ਲਈ ਰੋਕ ਲਗਾਉਣੀ ਚਾਹੀਦੀ ਸੀ। ਇਹ ਹੁਕਮ ਜਾਰੀ ਹੋਣਾ ਚਾਹੀਦਾ ਸੀ ਕਿ ਬਿਨਾਂ ਸਰਕਾਰ ਦੀ ਇਜਾਜ਼ਤ ਦੇ ਜ਼ਮੀਨ ਦਾ ਇੰਤਕਾਲ ਨਹੀਂ ਸੀ ਕੀਤਾ ਜਾ ਸਕਦਾ। ਉਸ ਦੀ ਤਜਵੀਜ਼ ਕੀਤੀ ਯੋਜਨਾ ਦੇ ਅਨੁਸਾਰ ਆਗਿਆ ਦੇਣ ਦਾ ਅਧਿਕਾਰ ਜ਼ਿਲ੍ਹੇ ਦੇ ਕਲੈਕਟਰ ਜਾਂ ਹੋਰ ਸਥਾਨਕ ਅਫਸਰਾਂ ਨੂੰ ਦੇਣਾ ਚਾਹੀਦਾ ਸੀ। ਇੱਕ ਕਿਸਾਨ ਦੇ ਆਰਾਮ ਨਾਲ ਗੁਜ਼ਾਰੇ ਲਈ ਜਿਤਨੀ ਵੀ ਜ਼ਮੀਨ ਦੀ ਲੋੜ ਹੁੰਦੀ ਉਸ ਤੋਂ ਵਾਧੂ ਜ਼ਮੀਨ ਦੇ ਇੰਤਕਾਲ ਦੀ ਹੀ ਆਗਿਆ ਦਿੱਤੀ ਜਾਵੇ। ਇਸ ਨੂੰ ਹੀ ਸਿਰਫ ਕੁਰਕੀਯੋਗ ਸਮਝਿਆ ਜਾਵੇ ਅਤੇ ਸਰਕਾਰੀ ਡਿਗਰੀ ਦੇ ਲਾਗੂ ਹੋਣ ਵਿੱਚ ਸਿਰਫ ਇੱਕ ਫਾਲਤੂ ਭੋਂ ਦੀ ਹੀ ਵਿਕਰੀ ਹੋ ਸਕੇ। 1875 ਵਿੱਚ ਬੰਬਈ ਦੇ ਦੱਖਣ ਖੇਤਰ ਵਿੱਚ ਭੋਂ ਸੰਬੰਧੀ ਦੰਗੇ ਹੋਏ। ਜ਼ਮੀਨ ਨਾਲ ਰਿਲੇਟਡ ਦੰਗੇ ਹੋਏ। ਇੱਕ ਕਮਿਸ਼ਨ ਬਿਠਾਇਆ ਗਿਆ, ਨਿਯੁਕਤ ਕੀਤਾ ਗਿਆ ਔਰ ਇਸ ਕਮਿਸ਼ਨ ਦੀ ਪੁੱਛ ਪੜਤਾਲ ਦੇ ਸਿੱਟੇ ਵਜੋਂ 1879 ਵਿੱਚ ਦੱਖਣ ਦੇ ਖੇਤਰ ਲਈ ਸਹਾਇਤਾ ਐਕਟ ਪਾਸ ਹੋਇਆ। 1881 ਵਿੱਚ ਇੱਕ ਵਿਧਾਨ ਬਣਾਉਣ ਦਾ ਕੰਮ ਹੱਥ ਵਿੱਚ ਲਿਆ ਗਿਆ ਜਿਸ ਨਾਲ ਸਿੰਧ ਅਤੇ ਬੰਬੇ ਪ੍ਰੈਜ਼ੀਡੈਂਸੀਆਂ ਦੇ ਪੜਾਉਂਚ ਅਤੇ ਕੈਰਾਂ ਜ਼ਿਲ੍ਹਿਆਂ ਦੇ ਵੱਡੇ ਭੋਂਦਾਰਾਂ ਦੀ ਸਹਾਇਤਾ ਕੀਤੀ ਜਾ ਸਕੇ। 1882 ਵਿੱਚ ਉੱਤਰ ਪੱਛਮੀ ਪ੍ਰਾਂਤਾਂ ਦੇ ਝਾਂਸੀ ਦੀ ਡਿਵੀਜ਼ਨ ਦੇ ਭਾਰਗ੍ਰਸਤ ਮੁਲਕਾਂ ਲਈ ਵੀ ਇਸ ਤਰ੍ਹਾਂ ਦਾ ਹੀ ਕੀਤਾ ਗਿਆ। 1886 ਵਿੱਚ ਪੰਜਾਬ ਦੇ ਵਿੱਤ ਕਮਿਸ਼ਨਰ ਮਿਸਟਰ ਬੋਰਬਨ ਨੇ ਪੱਛਮੀ ਪੰਜਾਬ ਦੇ ਮੁਸਲਮਾਨਾਂ ਨੂੰ ਭੋਂਦਾਰਾਂ ਦੀ ਕਰਜ਼ਦਾਰੀ ਬਾਰੇ ਇੱਕ ਕਿਤਾਬ ਲਿਖੀ ਜਿਸ ਦਾ ਨਾਂ ਸੀਗਾ ਪੰਜਾਬ ਦੇ ਮੁਸਲਮਾਨ ਅਤੇ ਸੂਦਖੋਰ। ਇਸ ਪੁਸਤਕ ਵਿੱਚ ਭਾਰਤ ਰਾਜ ਦੇ ਸਕੱਤਰ ਦਾ ਧਿਆਨ ਆਕਰਸ਼ਿਤ ਕੀਤਾ ਗਿਆ ਕਿ ਉਸ ਨੇ ਭਾਰਤ ਸਰਕਾਰ ਨੂੰ ਇੱਕ ਤਰ੍ਹਾਂ ਦੀ ਟਿੱਪਣੀ ਕੀਤੀ ਕਿ ਮਿਸਟਰ ਬੋਰਬਨ ਨੇ ਭੋਂਦਾਰਾਂ ਨੂੰ ਸਹਾਇਤਾ ਦੇਣ ਦੇ ਅਨੇਕਾਂ ਤਰੀਕਿਆਂ ਬਾਰੇ ਦੱਸਿਆ ਅਤੇ ਸਿਫਾਰਿਸ਼ ਕੀਤੀ ਕਿ ਕੋਈ ਵੀ ਆਦਮੀ ਜਿਹੜਾ ਦੁਕਾਨ ਜਾਂ ਸੂਦਖੋਰੀ ਤੋਂ ਮੁਨਾਫਾ ਉਠਾਉਂਦਾ ਸੀ ਉਹ ਗੈਰ ਕਾਨੂੰਨੀ ਹੋਵੇਗਾ। ਉਹ ਜ਼ਮੀਨ ਵਿੱਚ ਕਿਸੇ ਕਿਸਮ ਦਾ ਹੱਕ ਹਾਸਿਲ ਕਰਦਾ ਸੀ ਪਰ ਇਹ ਸਿਫਾਰਿਸ਼ ਹੇਠ ਕੁਝ ਕਾਰਨਾਂ ਕਰਕੇ ਹੀ ਹੋ ਸਕਦੀ ਸੀ। ਅੱਗੇ ਭਾਰਤ ਸਰਕਾਰ ਦੀ ਪੁੱਛ ਪੜਤਾਲ ਸਟਾਰਟ ਹੋਈ। ਇਨਕੁਆਇਰੀ ਆਫ ਇੰਡੀਅਨ ਗਵਰਨਮੈਂਟ 1891